10ਵੀਂ B ਕਲਾਸ ਦੇ ਪਿਆਰੇ ਬੱਚਿਓ, ਤੁਹਾਡਾ 14.1 ਦਾ ਚੈਪਟਰ ਵੈਸੇ ਤਾਂ ਹੋ ਚੁੱਕਿਆ ਹੈ, ਪਰ ਤੁਹਾਨੂੰ ਇਸ ਦੀ ਰਿਵੀਜ਼ਨ ਕਰਾਈ ਜਾਵੇਗੀ ਕਿਉਂਕਿ ਇਸ ਚੈਪਟਰ ਦੇ ਵਿੱਚੋਂ ਬਹੁਤ ਜ਼ਿਆਦਾ ਸਵਾਲ ਆਉਣੇ ਹਨ ਅਤੇ 6 ਨੰਬਰਾਂ ਦਾ ਤਾਂ ਆਏਗਾ ਹੀ ਇਹਦੇ ਵਿੱਚੋਂ ਪੇਪਰ। ਜਿਵੇਂ ਕਿ ਦੇਖੋ 14.1 ਹੈ, ਜਿਹਦਾ ਪਹਿਲਾ ਸਵਾਲ ਹੈ, ਵਿਦਿਆਰਥੀਆਂ ਦੇ ਇੱਕ ਸਮੂਹ ਦੁਆਰਾ ਆਪਣੇ ਵਾਤਾਵਰਨ ਚੇਤਨਾ ਅਭਿਆਸ ਦੇ ਅਧੀਨ ਇੱਕ ਸਰਵੇਖਣ ਕੀਤਾ ਗਿਆ ਹੈ, ਜਿਸ ਵਿੱਚ ਉਹਨਾਂ ਦੇ ਇੱਕ ਮੁਹੱਲੇ ਦੇ 20 ਘਰਾਂ ਵਿੱਚ ਲੱਗੇ ਪੌਦਿਆਂ ਨਾਲ ਸੰਬੰਧਿਤ ਹੇਠਾਂ ਲਿਖੇ ਇੱਕ ਅੰਕੜੇ ਇਕੱਠੇ ਕੀਤੇ ਗਏ। ਪ੍ਰਤੀ ਘਰ ਮੱਧਮਾਨ ਪੌਦਿਆਂ ਦੀ ਸੰਖਿਆ ਪਤਾ ਕਰੋ। ਪੌਦਿਆਂ ਦੀ ਸੰਖਿਆ ਦਿੱਤੀ ਹੋਈ ਆ ਬੱਚਿਓ ਅਤੇ ਘਰਾਂ ਦੀ ਸੰਖਿਆ ਦਿੱਤੀ ਹੋਈ ਆ। ਮਤਲਬ ਕਿ ਇੱਕ ਘਰ ਇਹੋ ਜਿਹਾ ਜਿਹਦੇ ਵਿੱਚ ਪੌਦਿਆਂ ਦਾ ਕੀ ਦਿੱਤਾ ਹੋਇਆ 0 ਤੋਂ 2 ਤੱਕ ਪੌਦੇ ਲਗਾਏ ਹੋਏ ਨੇ, ਅਤੇ 2 ਘਰ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ 2 ਤੋਂ 4 ਤੱਕ ਪੌਦੇ ਲਗਾਏ ਹੋਏ ਨੇ। ਇੱਕ ਘਰ ਹੋਰ ਇਹੋ ਜਿਹਾ ਜਿਹਦੇ ਵਿੱਚ 4 ਤੋਂ 6 ਤੱਕ ਪੌਦੇ ਲਗਾਏ ਹੋਏ ਨੇ। 6 ਜਾਂ 8 ਪੌਦੇ ਜਿਨ੍ਹਾਂ ਘਰਾਂ ਦੇ ਵਿੱਚ ਲਗਾਏ ਗਏ ਨੇ ਉਹੋ ਜਿਹੇ 5 ਘਰ ਨੇ, ਅਤੇ 8 ਤੋਂ 10 ਪੌਦੇ ਜਿੰਨੇ ਘਰਾਂ ਦੇ ਵਿੱਚ ਲਗਾਏ ਗਏ ਨੇ ਉਹ ਹੈਗੇ ਨੇ 6 ਘਰ, ਠੀਕ ਹੈ। ਅਤੇ 2 ਘਰ ਇਹੋ ਜਿਹੇ ਨੇ ਜਿਨ੍ਹਾਂ ਵਿੱਚ 10 ਤੋਂ 12 ਪੌਦੇ ਲਗਾਏ ਗਏ ਨੇ, ਅਤੇ 12 ਤੋਂ 14 ਪੌਦੇ ਲਗਾਏ ਗਏ ਨੇ ਉਹੋ ਜਿਹੇ ਘਰ 3 ਨੇ। ਹੁਣ ਬੱਚਿਓ ਇਹਦੇ ਮੈਥਡ ਨੇ ਅਲੱਗ-ਅਲੱਗ, ਇੱਕ ਪ੍ਰਤੱਖ ਵਿਧੀ ਹੈ, ਇੱਕ ਪਗ ਵਿਚਲਣ ਵਿਧੀ ਹੈ, ਅਤੇ ਜਿਹਨੂੰ ਕਹਿ ਦਿੰਦੇ ਆ ਇੱਕ ਸਟੈਪ ਡੈਵੀਏਸ਼ਨ, ਇੱਕ ਮੀਨ ਡੈਵੀਏਸ਼ਨ। ਪਗ ਵਿਚਲਣ ਵਿਧੀ ਹੁੰਦੀ ਹੈ, ਪ੍ਰਤੱਖ ਵਿਧੀ ਹੁੰਦੀ ਹੈ। ਪਹਿਲਾਂ ਆਪਾਂ ਸੌਖਾ ਸਵਾਲ ਹੁੰਦਾ ਨਾ ਜਿਹੜਾ, ਉਹ ਪ੍ਰਤੱਖ ਵਿਧੀ ਨਾਲ ਹੀ ਹੋ ਜਾਂਦਾ। ਜਿਵੇਂ ਆਪਾਂ ਨੂੰ ਦਿੱਤੀ ਹੋਈ ਪੌਦਿਆਂ ਦੀ ਸੰਖਿਆ ਅਤੇ ਘਰਾਂ ਦੀ ਸੰਖਿਆ, ਹੁਣ ਆਪਾਂ ਇਹਦਾ ਵਰਗ ਚਿੰਨ੍ਹ ਕੱਢਾਂਗੇ। ਵਰਗ ਚਿੰਨ੍ਹ ਕੀ ਹੁੰਦਾ ਹੈ, ਕੋਈ ਵੀ ਜਿਹੜਾ ਵਰਗ ਅੰਤਰਾਲ ਹੈ ਉਹਨਾਂ ਦੋਨਾਂ ਦਾ ਜੋੜ ਕਰਾਂਗੇ ਅਤੇ ਉਦੋਂ ਬਟਾ 2 ਲਾਵਾਂਗੇ। ਹੁਣ ਜਿਵੇਂ 0 ਅਤੇ 2, 0 ਅਤੇ 2 2 ਹੋ ਗਏ, ਅਤੇ 2/2 ਕਿੰਨਾ ਹੋ ਗਿਆ 1, ਠੀਕ ਹੈ। 4 ਅਤੇ 2 6 ਹੋ ਗਏ, 6/2 ਕਿੰਨਾ ਹੋ ਜਾਊਗਾ 3, ਠੀਕ ਹੈ। 6 ਅਤੇ 4 10 ਅਤੇ 5 ਹੋ ਗਿਆ, ਠੀਕ ਹੈ। ਇਸੇ ਤਰੀਕੇ ਨਾਲ 8 ਅਤੇ 6 14, ਫਿਰ ਇਹ 7 ਹੋ ਗਿਆ, ਅਤੇ 8 ਅਤੇ 10 ਕਿੰਨੇ ਹੋ ਗਏ 16, ਇਹ 8 ਅਤੇ 10 ਹੋ ਗਏ 18, ਇਹਦਾ ਅੱਧ ਹੋ ਗਿਆ 9, ਸਾਹਮਣੇ ਸਾਹਮਣੇ ਜੇ ਲਿਖ ਲਓ। ਅਤੇ 10 ਤੋਂ 12 ਜਿਹੜੇ ਹੋ ਗਿਆ 22, ਇਹਨਾਂ ਦਾ ਹੋ ਗਿਆ 11, 12 ਅਤੇ 14 ਕਿੰਨੇ ਹੋ ਗਏ ਇਹ 26, ਅਤੇ ਇਹਦਾ ਹੋ ਗਿਆ 13। ਹੁਣ ਜਿਹੜਾ ਹੈਗਾ FI ਜਿਹੜਾ FI ਹੁੰਦਾ ਹੈਗਾ, ਇਹ ਆਪਾਂ ਸਾਰੀਆਂ FI ਅਤੇ ਸਾਰੀ XIਆਂ ਦੀ ਗੁਣਾ ਕਰਾਂਗੇ। 1 ਗੁਣਾ 1 ਕਿੰਨਾ ਆ ਗਿਆ 1, 2 ਗੁਣਾ 3 ਕਿੰਨਾ ਆ ਗਿਆ 6, 1 ਗੁਣਾ 5 ਕਿੰਨਾ ਆ ਗਿਆ 5, ਠੀਕ ਹੈ। 5 ਗੁਣਾ 7 ਕਿੰਨਾ ਆ ਗਿਆ 35, 9 6 ਕਿੰਨਾ ਆ ਗਿਆ 54, ਅਤੇ 11 ਦੂਣਾ 22, 13 ਤੀਆ 39। ਇਹਨਾਂ ਦਾ ਕਰ ਦਿਓ ਜੋੜ। 6 ਅਤੇ 1 7, 7 ਅਤੇ 5 12, 12 ਅਤੇ 5 17, 17 ਅਤੇ 4 ਕਿੰਨੇ ਹੋ ਗਏ ਰਾਜੇ 21, 22 23, 23 ਅਤੇ 9 ਕਿੰਨੇ ਹੋ ਗਏ 32, 2 ਹੱਥ ਲਾਏ 3, 3 ਅਤੇ 3 6, 6 ਅਤੇ 5 11, 12 13 14 15 16, 162 ਆ ਗਿਆ। ਹੁਣ ਜਿਹੜਾ ਪ੍ਰਤੱਖ ਵਿਧੀ ਹੁੰਦੀ ਆ, ਪ੍ਰਤੱਖ ਵਿਧੀ ਕੀ ਕੱਢਣ ਦੀ, ਮੱਧਮਾਨ ਕੱਢਣ ਦੀ, ਠੀਕ ਹੈ। ਆਪਾਂ ਮੱਧਮਾਨ ਪਤਾ ਕਰਨਾ ਪ੍ਰਤੱਖ ਵਿਧੀ ਰਾਹੀਂ। x ਬਾਰ ਕਿਹਦੇ ਬਰਾਬਰ ਹੁੰਦਾ ਸਿਗਮਾ FI XI ਬਟਾ ਸਿਗਮਾ FI। ਜਿਹੜੇ ਆ FI ਇਹਨਾਂ ਸਭ ਦਾ ਜੋੜ 3 ਅਤੇ 2 5, 5 3 ਅਤੇ 2 5, 5 ਅਤੇ 6 11, 11 ਅਤੇ 5 16, 1 17 18 19 20, ਠੀਕ ਹੈ। ਇਹ ਹੋ ਗਏ B। ਹੁਣ ਜਿਹੜੇ ਹੈਗੇ ਆ ਇਹ ਹੈਗਾ ਗਾ ਸਿਗਮਾ FI। ਸਿਗਮਾ ਦਾ ਮਤਲਬ ਹੁੰਦਾ ਹੈ ਜੋੜ। ਜਿੰਨੀਆਂ ਵੀ ਸਾਰੀਆਂ ਤੁਹਾਨੂੰ ਅੰਕੜੇ ਦਿੱਤੇ ਹੋਏ ਨੇ ਨਾ ਸਭ ਦਾ ਜੋੜ ਸਿਗਮਾ FI XI ਇਹ ਹੋ ਗਿਆ ਸਿਗਮਾ FI XI ਇਹਦੇ ਬਰਾਬਰ ਹੋ ਗਿਆ ਸਿਗਮਾ FI XI ਬਟਾ ਸਿਗਮਾ FI। ਹੁਣ 162 ਬਟਾ 20 ਆ, ਠੀਕ ਹੈ। 2 ਤੇ ਕੱਟ ਦੋ, 2 ਦੇ ਪਹਾੜੇ 'ਤੇ 2 ਦੇ ਪਹਾੜੇ 'ਤੇ ਕੱਟਿਆ ਇੱਥੇ ਆ ਗਿਆ 10, ਇਹਨੂੰ 2 ਦੇ ਪਹਾੜੇ 'ਤੇ ਕੱਟੋਗੇ 8 ਦੂਣੀ 16, 1 ਦੂਣੀ 81 ਬਟਾ 10 ਆ ਗਿਆ। ਇਹਨੂੰ ਗਾਹਾਂ ਸੋਲਵ ਕਰੋਗੇ 8.1, ਠੀਕ ਹੈ। ਤਾਂ ਮੱਧਮਾਨ ਕਿੰਨਾ ਆ ਗਿਆ 8.1, ਠੀਕ ਹੈ ਰਾਜੇ। ਇਹ ਹੈਗੀ ਸੀ ਆਪਣੀ ਪ੍ਰਤੱਖ ਵਿਧੀ। ਕੋਈ ਵੀ ਤੁਹਾਨੂੰ ਡਾਊਟ ਹੋਵੇ ਤਾਂ ਤੁਸੀਂ ਮੈਨੂੰ WhatsApp 'ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ। ਅਤੇ ਇਸੇ ਤਰ੍ਹਾਂ ਹੈਗਾ ਦੂਜਾ ਸਵਾਲ।
ਇਹ ਹੈਗੀ ਸੀ ਪ੍ਰਤੱਖ ਵਿਧੀ ਜਿਹੜੀ ਆਪਾਂ ਪਹਿਲਾਂ ਕੀਤੀ ਆ। ਹੁਣ ਦੂਜਾ ਸਵਾਲ ਕੀ ਆ, ਦੂਜੇ ਸਵਾਲ ਦੇ ਵਿੱਚ ਕੀ ਹੈ, ਕਿਸੇ ਫੈਕਟਰੀ ਦੇ 50 ਮਜ਼ਦੂਰਾਂ ਦੀ ਰੋਜ਼ਾਨਾ ਮਜ਼ਦੂਰੀ ਹੇਠਾਂ ਲਿਖੀ ਗਈ ਹੈ। ਰੋਜ਼ਾਨਾ ਮਜ਼ਦੂਰੀ ਦਿੱਤੀ ਹੋਈ ਹੈ ਅਤੇ ਮਜ਼ਦੂਰਾਂ ਦੀ ਸੰਖਿਆ ਦਿੱਤੀ ਹੋਈ ਹੈ। ਕਹਿੰਦੇ ਉਚਿਤ ਵਿਧੀ ਪ੍ਰਯੋਗ ਕਰਦੇ ਹੋਏ ਫੈਕਟਰੀ ਦੇ ਮਜ਼ਦੂਰਾਂ ਦਾ ਮੱਧਮਾਨ ਪਤਾ ਕਰੋ। ਉਚਿਤ ਵਿਧੀ ਦਾ ਮਤਲਬ ਇਹਨਾਂ ਨੇ ਇੱਥੇ ਇਹ ਕਿਹਾ ਵੀ ਤੁਸੀਂ ਉਹ ਵਿਧੀ ਵਰਤਣੀ ਜਿਹਦੇ ਨਾਲ ਇਹ ਸੌਖਾ ਨਿਕਲ ਆਵੇ। ਠੀਕ ਹੈ, ਹੁਣ ਤੁਸੀਂ ਦੇਖੋ ਜਿਵੇਂ ਰੋਜ਼ਾਨਾ ਮਜ਼ਦੂਰੀ ਦਿੱਤੀ ਹੋਈ ਹੈ, ਰੋਜ਼ਾਨਾ ਮਜ਼ਦੂਰੀ 100 ਤੋਂ 120, 120 ਤੋਂ 140, 140 ਤੋਂ 160, 160 ਤੋਂ 80 ਵੀ ਰੋਜ਼ਾਨਾ ਮਜ਼ਦੂਰੀ ਅਤੇ ਮਜ਼ਦੂਰਾਂ ਦੀ ਸੰਖਿਆ। ਠੀਕ ਹੈ, 12 ਬੰਦੇ ਇਹ ਜਿਹੇ ਨੇ ਜਿਨ੍ਹਾਂ ਦੀ ਇੰਨੀ ਰੋਜ਼ਾਨਾ ਮਜ਼ਦੂਰੀ ਆ, 14 ਇਹ ਜਿਹੇ ਨੇ ਜਿਨ੍ਹਾਂ ਦੀ ਇੰਨੀ ਆ। ਠੀਕ ਹੈ, ਅਤੇ 8 ਵਿਦਿਆਰਥੀ ਇਹੋ ਜਿਹੇ ਨੇ ਜਿਨ੍ਹਾਂ ਦੀ 140 ਤੋਂ 60 ਹੈ, 6 ਇਹੋ ਜਿਹੇ ਨੇ 160 ਤੋਂ 80 ਹੈ, 10 ਇਹੋ ਜਿਹੇ ਜਿਨ੍ਹਾਂ ਦੀ 180 ਤੋਂ 200 ਹੈ। ਠੀਕ ਹੈ, ਹੁਣ ਇਹ ਹੈਗਾ ਕਿਹੜੀ ਵਿਧੀ ਹੈ, ਇਹ ਪੱਗ ਵਿਚਲਣ ਵਿਧੀ ਰਾਹੀਂ ਆਪਾਂ ਇਹ ਸਵਾਲ ਕਰਾਂਗੇ। ਜਿਹੜੀ ਪ੍ਰਤੱਖ ਵਿਧੀ ਹੈ ਬੱਚਿਓ, ਉਹ ਵਿਧੀ ਉਦੋਂ ਲੱਗਦੀ ਹੈ ਜਦੋਂ ਆਪਾਂ ਨੂੰ ਅੰਕੜੇ ਬਹੁਤ ਛੋਟੇ ਦਿੱਤੇ ਹੋਣ, ਜਿਵੇਂ ਕਿ ਪਹਿਲੇ ਸਵਾਲ 'ਚ ਦਿੱਤੇ ਸੀ। ਹੁਣ ਇਹ ਦੂਜਾ ਸਵਾਲ ਚੱਲ ਰਿਹਾ, ਦੂਜੇ ਸਵਾਲ ਦੇ ਵਿੱਚ ਜਿਹੜੇ ਅੰਕੜੇ ਨੇ, ਠੀਕ ਹੈ, ਦੂਜੇ ਸਵਾਲ ਦੇ ਵਿੱਚ ਜਿਹੜੇ ਅੰਕੜੇ ਉਹ ਤੁਹਾਨੂੰ ਥੋੜ੍ਹੇ ਜਿਹੇ ਔਖੇ ਦਿੱਤੇ ਹੋਏ ਨੇ, ਜ਼ਿਆਦਾ ਦਿੱਤੇ ਹੋਏ ਨੇ। ਇਸ ਕਰਕੇ ਇਹਨੂੰ ਸੌਖਾ ਕਰਕੇ ਕਰਨ ਵਾਸਤੇ ਆਪਾਂ ਪੱਗ ਵਿਚਲਣ ਵਿਧੀ ਲਈ ਆ। ਥੋੜ੍ਹਾ ਜਿਹਾ ਫਰਕ ਹੈ, ਦੇਖੋ FI ਤਾਂ ਉਵੇਂ ਨਿਕਲ ਗਏ, ਇਹਨਾਂ ਦੋਨਾਂ ਦਾ ਜੋੜ ਕਰਕੇ XI ਵੀ ਨਿਕਲ ਜਾਣਗੇ। 100 ਅਤੇ 220 ਹੋ ਗਿਆ, 220 ਦਾ ਅੱਧ ਕਰੋਗੇ 110, 120 ਅਤੇ 140 ਇਹਨਾਂ ਦਾ ਜੋੜ ਕਰੋਗੇ ਕਿੰਨਾ ਆ ਜੂਗਾ 260, ਇਹਦਾ ਅੱਧ ਕਰੋਗੇ 130, 140 ਅਤੇ 160। ਠੀਕ ਹੈ, ਇਹ ਹੋ ਗਿਆ 300, 300 ਦਾ ਅੱਧ ਜੋੜ 150। ਹੁਣ ਇਸ ਤਰੀਕੇ ਨਾਲ ਇਹ ਵਰਗ ਚਿੰਨ੍ਹ ਨਿਕਲ ਗਏ। ਠੀਕ ਹੈ, ਆਹ ਹੈਗਾ FI, ਇਹਦਾ ਜੋੜ ਕਰ ਲਓ। 10 ਅਤੇ 6 16, 16 ਅਤੇ 8 24, 24 ਅਤੇ 10 ਹੋ ਗਏ 34, 34 ਅਤੇ 4 38, 38, 39, 40 ਅਤੇ 10 ਕਿੰਨੇ ਹੋ ਗਏ 50। ਠੀਕ ਹੈ ਰਾਜੇ, ਹੁਣ ਦੇਖੋ ਵਰਗ ਚਿੰਨ੍ਹ, ਆਹ ਹੋ ਗਿਆ ਵਰਗ ਚਿੰਨ੍ਹ। ਹੁਣ ਜਿਹੜਾ DI ਆ, ਇਹਦੇ ਵਿੱਚ DI ਕੱਢਣਾ ਹੁੰਦਾ XI A ਦਾ ਮਤਲਬ ਕੀ ਹੁੰਦਾ ਗਾ, ਕਾਲਪਨਿਕ ਮੱਧਮਾਨ, ਮਤਲਬ ਅਜ਼ਿਊਮਡ ਮੀਨ, ਆਪਾਂ ਆਪਦੇ ਵੱਲੋਂ ਵੀ ਵਰਤ ਲਿਆ। ਇਹ ਜਿਹੜਾ ਅਜ਼ਿਊਮਡ ਮੀਨ ਹੁੰਦਾ ਗਾ, ਅਕਸਰ ਹੀ ਵਿਚਾਲੇ ਵਾਲਾ ਲੈਂਦੇ ਹੁੰਦੇ ਆਪਾਂ, ਜਿਹੜਾ ਵਿਚਾਲੇ ਵਾਲਾ ਹੁੰਦਾ। ਦੇਖੋ 2 ਉੱਪਰ ਛੱਡ ਤੇ 2 ਹੇਠਾਂ ਛੱਡ ਤੇ, ਆ ਵਿਚਾਲੇ ਵਾਲਾ ਇਹਨੂੰ ਆਪਾਂ ਲੈ ਲਿਆ ਅਜ਼ਿਊਮਡ ਮੀਨ। ਫਿਰ XI ਮਾਈਨਸ A, ਹਰੇਕ ਦੇ ਵਿੱਚੋਂ XI ਮਾਈਨਸ A ਕਰਨਾ, ਮਤਲਬ ਇਹਨੂੰ ਇਹ ਮੰਨ ਲਿਆ। ਜਿਵੇਂ ਆਪਾਂ ਇੱਥੇ ਕਰਾਂਗੇ 110 ਮਾਈਨਸ 150, 110 ਮਾਈਨਸ 150 ਇਹ ਕਿੰਨਾ ਆ ਗਿਆ, ਮਾਈਨਸ ਦੇ 40, 130 ਮਾਈਨਸ 150 ਇਹ ਕਿੰਨਾ ਆ ਜੂਗਾ, ਮਾਈਨਸ ਦੇ 20। ਫਿਰ ਆ ਗਿਆ 150 ਮਾਈਨਸ 150 ਇਹ ਕਿੰਨਾ ਆ ਗਿਆ 0, 170 ਮਾਈਨਸ 150 ਇਹ ਕਿੰਨਾ ਆ ਗਿਆ 20, 190 ਮਾਈਨਸ 150 ਇਹ ਕਿੰਨਾ ਆ ਗਿਆ 40। ਠੀਕ ਹੈ ਬੱਚਿਓ, ਇਸ ਤਰੀਕੇ ਨਾਲ ਆਪਾਂ ਇਹ ਕੱਢ ਲਿਆ। ਹੁਣ ਦੇਖੋ ਇਸ ਤੋਂ ਬਾਅਦ ਹੁਣ XI ਕਿਵੇਂ ਕੱਢਦੇ ਆ, DI ਬਟਾ H ਕਰ ਦਿੰਦੇ ਆ। H ਕੋਈ ਵੀ, ਜਿਵੇਂ ਹੁਣ ਆ ਦੇਖੋ ਇਹਨਾਂ ਸਾਰਿਆਂ ਦੇ ਵਿੱਚੋਂ ਆਪਾਂ 10 ਨਾਲ ਭਾਗ ਕਰ ਸਕਦੇ ਹਾਂ। ਜਿਵੇਂ ਹੁਣ ਮਾਈਨਸ 40 ਬਟਾ 10 ਕੱਟ ਕੇ ਕਿੰਨਾ ਆਜੂ ਮਾਈਨਸ 4, ਮਾਈਨਸ 20 ਬਟਾ 10 ਕੱਟ ਕੇ ਕਿੰਨਾ ਆਜੂ ਮਾਈਨਸ 2, 0 ਬਟਾ 10 ਤਾਂ 0 ਹੀ ਆਉਣਾ। ਠੀਕ ਹੈ, ਇੱਥੇ ਕਿੰਨਾ ਆਜੂ ਕੱਟ ਕੇ 20 ਬਟਾ 10 ਕੱਟ ਕੇ 2 ਆਊਗਾ, 40 ਬਟਾ 10 ਕੱਟ ਕੇ ਕਿੰਨਾ ਆਊਗਾ 4। ਠੀਕ ਹੈ, ਹੁਣ FI XI ਕੱਢਣੇ ਆ। ਠੀਕ ਹੈ, FI XI, ਹੁਣ XI ਨੂੰ ਕਿਹਦੇ ਨਾਲ ਗੁਣਾ ਕਰੋਗੇ ਤੁਸੀਂ, FI ਨਾਲ। 12 ਚੌਕ ਆ ਪਏ ਦੇਖੋ FI, ਆ ਪਏ XI। ਠੀਕ ਹੈ, 12 ਗੁਣਾ 4, 12 ਚੌਕ 48 ਮਾਈਨਸ ਦੇ ਆਉਣਗੇ ਬੇਟਾ, ਕਿਉਂਕਿ ਮਾਈਨਸ 4 ਮਾਈਨਸ ਦੇ ਪਏ ਨੇ। ਮਾਈਨਸ 2 ਗੁਣਾ 14, 14 ਦੂਣਾ ਕਿੰਨੇ ਹੋ ਗਏ ਮਾਈਨਸ ਦੇ 28, 8 ਗੁਣਾ 0 ਕਿੰਨਾ ਆ ਗਿਆ 0, 6 ਗੁਣਾ 2 12, 6 ਗੁਣਾ 2 ਕਿੰਨਾ ਆ ਗਿਆ 12, 10 ਚੌਕਾ ਕਿੰਨੇ ਆ ਗਏ 40। ਠੀਕ ਹੈ, ਹੁਣ ਦੇਖੋ ਆਹ ਮਾਈਨਸ ਵਾਲੀਆਂ ਰਕਮਾਂ ਨੇ, ਆ ਪਲੱਸ ਵਾਲੀਆਂ ਰਕਮਾਂ ਨੇ। ਮਾਈਨਸ ਵਾਲੀਆਂ 8 ਜੋੜ ਲਓ, 8 ਅਤੇ 8 16, 1 4 ਅਤੇ 2 6 ਅਤੇ 1 7, ਇਹ ਮਾਈਨਸ ਦੇ 76 ਆ ਗਏ। ਫਿਰ 12 ਅਤੇ 40 ਕਿੰਨੇ ਹੋ ਗਏ 52। ਹੁਣ ਦੇਖੋ 6 ਚੋਂ 2 ਕੱਢੇ ਕਿੰਨੇ ਆ ਗਏ
4 7 ਚੋਂ 5 ਕੱਢੇ 2, ਇਹ ਆ ਗਿਆ ਮਾਈਨਸ ਦੇ 24। ਹੁਣ ਜਿਹੜਾ ਐਕਸ ਬਾਰ ਜਿਹਨੂੰ ਕਹਿੰਦੇ ਆ ਮੱਧਮਾਨ ਕਿਵੇਂ ਕੱਢਦੇ ਆ, ਇਹ ਹੁੰਦਾ ਅਜ਼ਿਊਮਡ ਮੀਨ ਪਲੱਸ ਐਚ ਸਿਗਮਾ ਐਫ ਆਈ ਐਕਸ ਆਈ ਸਿਗਮਾ ਐਫ ਆਈ। ਸਿਗਮਾ ਐਫ ਆਈ ਦਾ ਵੀ ਜੋੜ ਕਰਨਾ ਪਿਆ, ਇਹ ਆਇਆ ਸੀ 50। ਹੁਣ ਦੇਖੋ ਕਿਹਦੇ ਬਰਾਬਰ ਹੋਊਗਾ ਇਹ ਕਿੰਨਾ ਕੀਤਾ ਸੀ ਆਪਾਂ, ਅਜ਼ਿਊਮਡ ਮੀਨ ਲਿਆ ਸੀ 150 ਪਲੱਸ ਐਚ ਕਿੰਨਾ ਆਇਆ, ਜਿਹੜਾ ਐਚ ਉਹ ਹੁੰਦਾ ਜਿਹਦੇ ਨਾਲ ਭਾਗ ਕਰਿਆ ਹੁੰਦਾ ਰਾਜ, ਇਹ ਬਾਅਦ 'ਚ ਐਂਡ 'ਤੇ ਆ ਕੇ ਆਪਾਂ ਉਸੇ ਨਾਲ ਹੀ ਗੁਣਾ ਕਰ ਲੈਂਦੇ 10। ਠੀਕ ਹੈ, ਸਿਗਮਾ ਐਫ ਆਈ ਐਕਸ ਆਈ। ਸਿਗਮਾ ਐਫ ਆਈ ਐਕਸ ਆਈ ਕਿੰਨਾ ਸੀ, ਆਪਾਂ ਇਹਨਾਂ ਸਾਰਿਆਂ ਦਾ ਜੋੜ ਕੀਤਾ, ਕਿੰਨਾ ਆਇਆ ਮਾਈਨਸ ਦੇ 24। ਉਹ ਕਿਵੇਂ ਜੋੜ ਕਰਨ ਦਾ ਤਰੀਕਾ ਤੁਹਾਨੂੰ ਮੈਂ ਇੱਧਰ ਦੱਸਤਾ, ਮਾਈਨਸ ਵਾਲੇ ਅੱਡ ਜੋੜ ਲਏ, ਪਲੱਸ ਵਾਲੇ ਅੱਡ ਜੋੜ ਲਏ, ਫਿਰ ਮਾਈਨਸ ਕਰਕੇ ਆ ਗਿਆ ਮਾਈਨਸ ਦੇ 24। ਸਿਗਮਾ ਐਫ ਆਈ ਐਕਸ ਆਈ ਕਿੰਨਾ ਆ ਗਿਆ, ਮਾਈਨਸ ਦੇ 24 ਬਟਾ ਸਿਗਮਾ ਐਫ ਆਈ। ਸਿਗਮਾ ਐਫ ਆਈ ਦਾ ਜੋੜ ਕਰਕੇ ਕਿੰਨਾ ਆ ਗਿਆ 50। ਠੀਕ ਹੈ ਰਾਜੇ। ਉਸ ਤੋਂ ਅੱਗੇ ਹੁਣ ਇਹਨੂੰ ਸੋਲਵ ਕਰੂੰਗੀ, ਦੇਖੋ 150 ਉਵੇਂ ਰਹਿ ਜੂਗਾ। ਬਰੈਕਟ ਦਾ ਮਤਲਬ ਕੀ ਹੁੰਦਾ ਗਾ, ਗੁਣਾ। 10 ਗੁਣਾ 24 ਕਰ ਦਿਓ, ਜਾਂ ਫਿਰ ਇੱਥੇ 0 ਨਾਲ 0 ਕੱਟ ਦਿਓ, ਜਿਵੇਂ ਵੀ ਕਰ ਲਓ। ਇੱਥੇ 0 ਨਾਲ 0 ਕੱਟੀ ਤਾਂ ਕਿੰਨਾ ਆ ਗਿਆ, ਪਲੱਸ ਦੀ ਨਿਸ਼ਾਨੀ, ਮਾਈਨਸ ਦੇ 24 ਬਟਾ ਕਿੰਨਾ ਰਹਿ ਜੂਗਾ 5। ਠੀਕ ਹੈ, ਹੁਣ ਇੱਥੇ ਇਹਨੂੰ ਸੋਲਵ ਕਰਨਾ ਹੈ। 150 ਪਲੱਸ ਮਾਈਨਸ ਦੇ 24 ਬਟਾ 5। 24 ਨੂੰ 5 ਨਾਲ ਭਾਗ ਕਰ ਦਿਓ। ਠੀਕ ਹੈ, ਕਿੰਨਾ ਆ ਜੂਗਾ 5 ਚੌਕਾ 20, 4 0 ਪੁਆਇੰਟ 8 5 40, 5 8 ਕਿੰਨੇ ਹੋ ਗਏ 40। ਠੀਕ ਹੈ, 4.8 ਆ ਗਿਆ। 150 ਆ ਮਾਈਨਸ ਦਾ ਪਿਆ ਨਾ, ਜਿੰਨਾ ਵੀ ਆਇਆ ਮਾਈਨਸ ਦੇ 4.8 ਆ ਗਏ। 150 ਚੋਂ 4 ਕੱਢ ਦਿਓ, ਕਿੰਨੇ ਰਹਿ ਗਏ 146। 146 ਚੋਂ 8.8 ਹੋਰ ਕੱਢ ਦਿਓ, ਕਿੰਨੇ ਰਹਿ ਗਏ 145.2। ਤਾਂ ਜਿਹੜੀ ਮੱਧਮਾਨ ਮਜ਼ਦੂਰਾਂ ਦੀ ਜਿਹੜੀ ਉਹ ਪਤਾ ਕਰਨ ਨੂੰ ਕਿਹਾ ਸੀਗਾ ਆਪਾਂ ਨੂੰ ਆਮਦਨ, ਉਹ ਹੈਗੀ 145.2। ਠੀਕ ਹੈ, ਇਹ ਆਪਣਾ ਆਨਸਰ ਆ ਗਿਆ। ਇਹ ਕੀ ਸੀ, ਜਿਹੜੀ ਇਹ ਵਿਧੀ ਸੀ, ਇਹ ਆਪਾਂ ਕਿਹੜੀ ਵਿਧੀ ਗਈ ਆ, ਪੱਗ ਵਿਚਲਣ ਵਿਧੀ। ਠੀਕ ਹੈ, ਜਿਹਨੂੰ ਕਹਿ ਦਿੰਦੇ ਆ ਸਟੈਪ ਡੈਵੀਏਸ਼ਨ। ਦੁਬਾਰਾ ਦੇਖ ਲਓ, ਜਿਹੜਾ ਐਕਸ ਬਾਰ ਹੈ, ਠੀਕ ਹੈ, ਇਹ ਹੈਗਾ ਰੋਜ਼ਾਨਾ ਮਜ਼ਦੂਰੀ ਦਿੱਤੀ ਹੋਈ ਸੀ, ਮਜ਼ਦੂਰਾਂ ਦੀ ਸੰਖਿਆ ਦਿੱਤੀ ਹੋਈ ਸੀ। ਫਿਰ ਮਜ਼ਦੂਰਾਂ ਦੀ ਜਿਹੜੀ ਰੋਜ਼ਾਨਾ ਮਜ਼ਦੂਰੀ ਦਿੱਤੀ ਹੋਈ ਸੀ, ਉਹਦੇ ਤੋਂ ਵਰਗ ਚਿੰਨ੍ਹ ਕੱਢ ਲਿਆ, ਆਪਾਂ। ਠੀਕ ਹੈ, ਵਰਗ ਚਿੰਨ੍ਹ ਦੇ ਵਿੱਚੋਂ ਹੀ ਆਪਾਂ ਇੱਕ ਅਜ਼ਿਊਮ ਕਰ ਲਿਆ ਮੀਨ। ਠੀਕ ਹੈ, ਉਹ ਮੀਨ ਅਜ਼ਿਊਮ ਕਰਕੇ ਉਹਨਾਂ ਨੂੰ ਡੀ ਬਰਾਬਰ ਐਕਸ ਆਈ ਮਾਈਨਸ ਏ, ਮਤਲਬ ਹਰੇਕ ਐਕਸ ਆਈ ਦੇ ਵਿੱਚੋਂ ਘਟਾਉਣਾ ਗਾ। ਫਿਰ ਆਪਣੇ ਕੋਲ ਆਹ ਚੀਜ਼ ਆ ਜੂਗੀ। ਉਸ ਤੋਂ ਬਾਅਦ ਹਜੇ ਵੀ ਇਹਨੂੰ ਮਤਲਬ ਵੱਡਾ ਗਾ ਤਾਂ ਇਹਨੂੰ ਸੌਖਾ ਕਰ ਸਕਦੇ ਹਾਂ। ਦੇਖੋ, ਜਿਹੜੀ ਚੀਜ਼ ਨਾਲ ਤਾਂ ਆਪਾਂ ਇੱਥੇ ਮਾਈਨਸ ਕਰਿਆ, ਉਹ ਚੀਜ਼ ਆਪਾਂ ਅੱਗੇ ਜਾ ਕੇ ਜੋੜਤੀ। ਜਿਹੜੀ ਚੀਜ਼ ਨਾਲ ਭਾਗ ਕਰਿਆ, ਉਹ ਚੀਜ਼ ਆਪਾਂ ਅੱਗੇ ਜਾ ਕੇ ਗੁਣਾ ਕਰਤੀ। ਕਰਨਾ ਤਾਂ ਉਹੀ ਹੈ, ਬਸ ਇਹ ਸਿਰਫ ਸਿੰਪਲ ਕਰਨ ਵਾਸਤੇ ਕੀਤਾ। ਠੀਕ ਹੈ, 40 ਨੂੰ 10 'ਤੇ ਭਾਗ ਕੀਤਾ, 4 20 ਨੂੰ ਕੀਤਾ, ਐਵੇਂ ਕਰਕੇ ਆਪਣੇ ਕੋਲ ਆ ਗਿਆ। ਫਿਰ ਇਹ ਐਕਸ ਆਈ ਨਿਕਲ ਗਏ। ਫਿਰ ਸਿਗਮਾ ਐਫ ਆਈ ਐਕਸ ਆਈ ਹਰੇਕ ਨੂੰ ਗੁਣਾ ਕਰਨੀ ਹੈ, ਐਫ ਆਈ ਐਕਸ ਆਈ ਸਿਗਮਾ। ਜਦੋਂ ਇਹਨਾਂ ਦੀ ਸਭ ਦੀ ਹੁਣ ਐਫ ਆਈ ਐਕਸ ਆਈ ਕਰਨਾ, ਤਾਂ ਐਫ ਆਈ ਅਤੇ ਐਕਸ ਆਈ ਦੀ ਸਭ ਦੀ ਗੁਣਾ ਕਰਨੀ ਆ। 12 ਚੌਕ 48 ਮਾਈਨਸ ਦੇ 14 ਦੂਣਾ 28 ਮਾਈਨਸ ਦੇ 8 0 0 6 ਦੂਣੀ 12 10 ਚੌਕਾ 40। ਠੀਕ ਹੈ, ਇਹਨਾਂ ਦਾ ਜੋੜ ਕਰ ਲਿਆ, ਉੱਧਰੋਂ ਇਹਨਾਂ ਦਾ ਜੋੜ ਕਰ ਲਿਆ ਮਾਈਨਸ ਵਾਲਿਆਂ ਦਾ। ਤਾਂ ਜਿਹੜਾ ਆਪਣਾ ਸਿਗਮਾ ਐਫ ਆਈ ਐਕਸ ਆਈ ਸੀਗਾ, ਸਿਗਮਾ ਐਫ ਆਈ ਐਕਸ ਆਈ ਸੀ, ਉਹ ਕਿਹਦੇ ਬਰਾਬਰ ਆ ਗਿਆ ਆਪਣਾ, ਮਾਈਨਸ ਦੇ 24 ਦੇ ਬਰਾਬਰ ਆ ਗਿਆ। ਹੁਣ ਇਹ ਹੈਗਾ ਜਿਹੜਾ ਹੈਗਾ ਮੱਧਮਾਨ ਕੱਢਣ ਦਾ ਤਰੀਕਾ, ਜਿਹੜਾ ਹੈਗਾ ਫਾਰਮੂਲਾ, ਉਹ ਇਹ ਹੈਗਾ ਪੱਗ ਵਿਚਲਣ ਵਿਧੀ ਰਾਹੀਂ। ਏ ਪਲੱਸ ਐਚ ਸਿਗਮਾ ਐਫ ਆਈ ਐਕਸ ਆਈ ਬਟਾ ਸਿਗਮਾ ਐਫ ਆਈ। ਦੇਖੋ ਬੇਟਾ, ਸਿਗਮਾ ਐਫ ਆਈ ਐਕਸ ਆਈ ਅਤੇ ਸਿਗਮਾ ਐਫ ਆਈ ਤਾਂ ਸੇਮ ਹੀ ਰਹਿੰਦੇ ਨੇ। ਇੱਥੇ ਐਚ ਉਹ ਹੁੰਦਾ ਗਾ, ਜਿਹੜਾ ਹੁੰਦਾ ਗਾ ਆਪਾਂ ਜਿਹਦੇ ਨਾਲ ਭਾਗ ਕਰਦੇ ਹਾਂ ਡੀ ਆਈ ਨੂੰ ਐਚ ਨਾਲ ਭਾਗ ਕਰਕੇ ਆਪਣੇ ਕੋਲ ਐਕਸ ਆਈ ਆਊਗਾ ਦੁਬਾਰਾ। ਠੀਕ ਹੈ, ਆਹ ਐਕਸ ਆਈ ਨਹੀਂ ਲਾਉਣੇ ਹੈਗੇ ਤੁਸੀਂ, ਆਹ ਐਕਸ ਆਈ ਲਾਉਣੇ ਆ ਉਦੋਂ ਬਾਅਦ 'ਚ। ਠੀਕ ਹੈ, ਅਤੇ ਸਿਗਮਾ ਐਫ ਆਈ ਐਕਸ ਆਈ ਬਟਾ ਸਿਗਮਾ ਐਫ ਆਈ, ਜਿਹਦੇ ਨਾਲ ਭਾਗ ਕਰਿਆ ਸੀ ਉਹਦੇ ਨਾਲ ਗੁਣਾ ਕਰਤੀ, ਜਿਹੜੇ ਘਟਾ ਕਰਿਆ ਸੀ ਉਹ ਜੋੜ ਕਰਤਾ। ਇਹਨੂੰ ਸੋਲਵ ਕਰਕੇ ਆਪਣੇ ਕੋਲ 145.2 ਆਨਸਰ ਆ ਗਿਆ। ਠੀਕ ਹੈ, ਇਹ ਆਪਣਾ ਆਨਸਰ ਹੋ ਗਿਆ। ਇਹ ਹੈਗਾ ਸੀ ਆਪਣਾ ਦੂਜਾ ਸਵਾਲ। ਠੀਕ ਹੈ, ਦੂਜਾ ਸਵਾਲ ਇਹ ਸੀਗਾ। ਜਿਹੜਾ ਤੀਜਾ ਸਵਾਲ ਇਹਦਾ, ਤੀਜਾ ਸਵਾਲ ਇਹ ਆਪਣਾ ਪ੍ਰਤੱਖ ਵਿਧੀ ਰਾਹੀਂ ਹੀ ਨਿਕਲੂਗਾ। ਅਤੇ ਚੌਥਾ ਪੰਜਵਾਂ ਫਿਰ ਦੁਬਾਰਾ ਤੁਹਾਡਾ ਜਿਹੜਾ ਹੈਗਾ, ਇਹ ਤੁਸੀਂ ਪੱਗ ਵਿਚਲਣ ਵਿਧੀ ਰਾਹੀਂ ਕੱਢ ਸਕਦੇ ਹੋ। ਬੇਟਾ ਕੋਈ ਵੀ ਸਵਾਲ ਹੈ, ਕਿਸੇ ਵੀ
ਤਰੀਕੇ ਨਾਲ ਨਿਕਲ ਸਕਦਾ। ਬਸ ਇਹ ਤੁਸੀਂ ਡਿਸਾਈਡ ਕਰਨਾ ਅੰਕੜੇ ਦੇਖ ਕੇ ਵੀ ਮਤਲਬ ਜੇ ਤੁਹਾਨੂੰ ਅੰਕੜੇ ਸੌਖੇ ਲੱਗਦੇ ਆ ਤਾਂ ਫਿਰ ਤੁਸੀਂ ਮੱਧਮਾਨ ਆ ਜਿਹੜਾ ਉਹ ਪ੍ਰਤੱਖ ਵਿਧੀ ਰਾਹੀਂ ਕੱਢ ਸਕਦੇ ਹੋਗੇ, ਅਤੇ ਜੇ ਤੁਹਾਨੂੰ ਅੰਕੜੇ ਥੋੜ੍ਹੇ ਔਖੇ ਲੱਗਦੇ ਆ ਤਾਂ ਤੁਸੀਂ ਪੱਗ ਵਿਚਲਣ ਵਿਧੀ ਰਾਹੀਂ ਕਰ ਸਕਦੇ ਹੋ। ਠੀਕ ਹੈ ਰਾਜੇ। ਹੁਣ ਦੇਖੋ ਇੱਕ ਉਦਾਹਰਨ 3 ਕੱਢੀ ਹੋਈ ਆ, ਇਹ ਹੈਗੀ ਕਿਹੜੀ ਵਿਧੀ ਆ, ਕਿਹੜੀ ਵਿਧੀ ਰਾਹੀਂ ਕਰ ਰੱਖਿਆ ਇਹ ਵੀ ਪੱਗ ਵਿਚਲਣ ਵਿਧੀ ਰਾਹੀਂ ਕੀਤਾ ਹੋਇਆ। ਠੀਕ ਹੈ, ਉਹੀ ਜਿਵੇਂ ਐਕਸ ਕੱਢੇ ਹੋਏ ਨੇ ਉਸੇ ਤਰੀਕੇ ਨਾਲ ਯੂ ਆਈ ਕੱਢ ਲਿਆ ਇਹਨਾਂ ਨੇ। ਯੂ ਆਈ ਦਾ ਨਾਮ ਦਿੱਤਾ, ਬਸ ਆਪਾਂ ਐਕਸ ਰੱਖ ਲਿਆ ਦੁਬਾਰਾ। ਤੁਸੀਂ ਯੂ ਆਈ ਵੀ ਲਿਖ ਸਕਦੇ ਹੋ, ਕਈ ਵਾਰ ਕਨਫਿਊਜ਼ਨ ਹੋ ਜਾਂਦੀ ਹੈ। ਆਹ ਸਾਰੀਆਂ ਆਹ ਵਿਧੀ ਦੇਖੋ, ਇਹ ਵੀ ਉਹੀ ਵਿਧੀ ਆ ਪੱਗ ਵਿਚਲਣ ਵਿਧੀ ਜਿਹੜੀ 14.4 ਹੈਗੀ। ਬੇਟਾ ਇਹ ਸਵਾਲ ਤੁਸੀਂ ਸਾਰੇ ਕਰ ਲੈਣੇ ਆ 14.1 ਦੇ। ਪਲੀਜ਼ ਤੁਸੀਂ ਰਿਵੀਜ਼ਨ ਜ਼ਰੂਰ ਕਰਨੀ ਹੈ, ਤੁਹਾਡੇ ਪੇਪਰ ਬਹੁਤ ਨੇੜੇ ਨੇ। ਠੀਕ ਹੈ, ਫਿਰ ਪ੍ਰੀ ਬੋਰਡ ਦੇ ਵਿੱਚ ਵੀ ਟਾਈਮ ਚਲਾ ਜਾਣਾ ਗਾ। ਪੱਗ ਵਿਚਲਣ ਵਿਧੀ ਅਤੇ ਪ੍ਰਤੱਖ ਮੈਥਡ ਜਿਹੜਾ ਹੈਗਾ 2 ਵਿਧੀਆਂ ਕਰ ਲਓ ਤੁਸੀਂ, ਜਿਹੜੀ ਕੋਈ ਰਹਿ ਗਈ ਉਹ ਮੈਂ ਤੁਹਾਨੂੰ ਅੱਗੇ ਕਰਾ ਦੂੰਗੀ। ਇਹਨਾਂ ਨਾਲ ਤੁਸੀਂ 14.1 ਚੰਗੀ ਤਰ੍ਹਾਂ ਕੰਪਲੀਟ ਕਰ ਲਓ। ਹੁਣ ਤੁਹਾਡੇ ਕੋਲ ਟਾਈਮ ਬਹੁਤ ਥੋੜ੍ਹਾ ਗਾ। ਠੀਕ ਹੈ ਬੱਚੋ, ਚੰਗੀ ਤਰ੍ਹਾਂ ਪੜ੍ਹਨਾ ਹੈ। ਧੰਨਵਾਦ।